ਪ੍ਰੋਗਰਾਮ ਸਟੇਟ ਟਾਕ ਦਾ ਇਸ ਬੇहद ਖਾਸ ਐਪੀਸੋਡ ਵਿੱਚ ਦਰਸ਼ਕਾਂ ਦਾ ਸਵਾਗਤ ਹੈ। ਅੱਜ ਅਸੀਂ ਗੱਲ ਕਰਨ ਚਾਹ ਰਹੇ ਹਾਂ 26 ਸਾਲ ਪਹਿਲਾਂ ਹੋਏ ਉਸ ਵਿਮਾਨ ਹਾਦਸੇ ਦੀ ਜੋ ਕਿ 9/11 ਤੱਕ ਦੁਨੀਆ ਦਾ ਸਭ ਤੋਂ ਜ਼ਿਆਦਾ ਖਤਰਨਾਕ ਏਵੀਏਸ਼ਨ ਹਿਸਟਰੀ ਦਾ ਹਾਦਸਾ ਸੀਗਾ, ਜਿਸ ਵਿੱਚ ਕਿ ਕਨਿਸ਼ਕ ਵਿਮਾਨ 에ਅਰ ਇੰਡੀਆ ਦੀ ਇੱਕ ਫਲਾਈਟ 182 ਨੂੰ ਹਵਾ ਦੇ ਵਿੱਚ ਬੰਬ ਰਾਹੀਂ ਉਡਾਤਾ ਗਿਆ ਸੀਗਾ। ਇਸ ਹਾਦਸੇ ਵਿੱਚ 329 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ ਕਿ 280 ਪੰਜਾਬੀ ਮੂਲ ਦੇ ਕੈਨੇਡੀਅਨ ਲੋਕ ਸਨ। ਇਸ ਪੂਰੀ ਤਰਾਸਦੀ ਨੇ ਬੜੇ ਵੱਡੇ ਸਵਾਲ ਖੜੇ ਕੀਤੇ ਤੇ ਲਗਭਗ 26 ਸਾਲ ਬੀਤ ਚੁੱਕੇ ਨੇ, ਲੇਕਿਨ ਅੱਜ ਵੀ ਸਮਝਿਆ ਜਾ ਰਿਹਾ ਵੀ ਇਨਸਾਫ ਨਹੀਂ ਮਿਲ ਪਾਇਆ ਪੀੜਤਾਂ ਨੂੰ ਜਾਂ ਉਹ ਲੋਕ ਜੋ ਕਿ ਇਸ ਹਾਦਸੇ ਇਸ ਤਰਾਸਦੀ 'ਚ ਮਾਰੇ ਗਏ ਸਨ, ਉਹਨਾਂ ਦੇ ਪਰਿਵਾਰ ਅੱਜ ਵੀ ਸੈਟੀਸਫਾਈਡ ਨਹੀਂ ਹੈਗੇ ਨੇ ਮੁਆਵਜ਼ੇ ਦੇ ਪੱਖੋਂ ਵੀ ਤੇ ਇਸ ਦੇ ਨਾਲ ਹੀ ਕਿਉਂਕਿ ਇਸ ਮਾਮਲੇ ਇਸ ਐਡੀ ਵੱਡੀ ਟ੍ਰੈਜੇਡੀ ਦੇ ਵਿੱਚ ਕਿਸੇ ਵੀ ਦੋਸ਼ੀ ਨੂੰ ਪੁਆਇੰਟ ਆਊਟ ਨਹੀਂ ਕੀਤਾ ਜਾ ਸਕਿਆ। ਕਿਸ ਤਰੀਕੇ ਦਾ ਤੰਤਰ ਦਾ ਸਿਸਟਮ ਦਾ ਫੇਲਿਓਰ ਸੀਗਾ, ਜਿਸ ਦੇ ਵਿੱਚ ਕਿ ਅਸੀਂ ਸਮਝ ਪਾਏ ਵੀ ਕੋਈ ਵੀ ਦੋਸ਼ੀ ਸਾਬਤ ਹੀ ਨਹੀਂ ਹੋ ਪਾਇਆ। ਸਿਰਫ ਇੱਕ ਸ਼ਖਸ ਜੋ ਕਿ ਇੰਦਰਜੀਤ ਸਿੰਘ ਰਿਆਤ ਹਨ, ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਸਜ਼ਾ ਹੋਈ, ਲੇਕਿਨ ਇਸ ਦੇ ਬਾਵਜੂਦ ਇਹ ਹਾਦਸਾ ਕਿਵੇਂ ਹੋਇਆ, ਇਸ ਤਰਾਸਦੀ ਦੇ ਪਿੱਛੇ ਕੌਣ ਮਾਸਟਰਮਾਈਂਡ ਸਨ, ਕਿਹੜੇ ਖਾਲਿਸਤਾਨੀ ਫੈਕਸ਼ਨਸ ਨੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ, ਇਸ ਦੇ ਬਾਰੇ ਕੁਝ ਜ਼ਿਆਦਾ ਹੱਥ ਨਹੀਂ ਲੱਗ ਸਕਿਆ। ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਮਾਮਲੇ ਦੀ ਇੱਕ ਬਹੁਤ ਹੀ ਢਿੱਲੀ ਰਫ਼ਤਾਰ ਇਨਵੈਸਟੀਗੇਸ਼ਨ ਦੀ ਤੁਰੀ, ਜੋ ਕਿ ਪੁਆਇੰਟ ਆਊਟ ਹੋਈ ਹੈ 2010 ਜੂਨ ਵਿੱਚ ਆਈ ਜਸਟਿਸ ਜੌਨ ਮੇਜਰ ਕਮਿਸ਼ਨ ਦੀ ਉਸ ਰਿਪੋਰਟ, ਉਹ ਕਮਿਸ਼ਨ ਆਫ ਇਨਕੁਆਇਰੀ ਦੀ ਰਿਪੋਰਟ, ਜਿਸਨੇ ਕਿ ਬਹੁਤ ਬੁਰੀ ਤਰੀਕੇ ਨਾਲ ਇੰਡਾਈਟ ਕੀਤਾ ਹੈਗਾ, ਕਈ ਕੁਐਸਚਨਸ ਖੜੇ ਕੀਤੇ ਹੈਗੇ ਨੇ ਕੈਨੇਡੀਅਨ ਫੈਡਰਲ ਸਿਸਟਮ ਦੇ ਉੱਤੇ, ਜਿਸ ਤਰੀਕੇ ਨਾਲ ਕੈਨੇਡਾ ਦੀ ਫੈਡਰਲ ਏਜੰਸੀਜ਼, ਉਸ ਦੇ ਵਿੱਚ ਇੰਟੈਲੀਜੈਂਸ ਸਿਕਿਉਰਿਟੀ ਏਜੰਸੀਜ਼, ਉਹਨਾਂ ਦਾ ਆਪਸੀ ਤਾਲਮੇਲ ਦੀ ਕਮੀ ਜਾਂ ਇਸ ਤਰਾਸਦੀ ਨੂੰ ਅਵੋਇਡ ਕਰਨ ਦੇ ਵਿੱਚ ਕਿਸ ਤਰੀਕੇ ਦਾ ਫੇਲਿਅਰ ਹੋਇਆ, ਉਹ ਸਾਰੀਆਂ ਚੀਜ਼ਾਂ ਉਜਾਗਰ ਕੀਤੀਆਂ ਗਈਆਂ ਹੈਗੇ ਨੇ। ਲੇਕਿਨ ਇੱਕ ਸਾਲ ਬੀਤ ਚੁੱਕਿਆ ਹੈ ਇਸ ਕਮਿਸ਼ਨ ਦੀ ਰਿਪੋਰਟ ਆਈ ਨੂੰ, ਕਮਿਸ਼ਨ ਆਫ ਇਨਕੁਆਇਰੀ ਦੀ ਰਿਪੋਰਟ ਆਈ ਨੂੰ, ਲੇਕਿਨ ਅਜੇ ਤੱਕ ਉਸ ਦੇ ਉੱਤੇ ਉਸ ਨੂੰ ਅਮਲੀ ਜਾਮਾ ਪਹਿਨਾਇਆ ਨਹੀਂ ਗਿਆ ਹੈਗਾ। ਤੇ ਹੁਣ ਉਮੀਦ ਇਹ ਹੈਗੀ ਵੀ ਜਦੋਂ ਕੈਨੇਡਾ ਵਿੱਚ ਫੈਡਰਲ ਇਲੈਕਸ਼ਨਸ ਮਈ ਵਿੱਚ ਖਤਮ ਹੋਏ ਹੈਗੇ ਨੇ ਤੇ ਨਵੀਂ ਸਰਕਾਰ ਬਣੀ ਹੈ, ਆਉਣ ਵਾਲੀ ਸਰਕਾਰ ਜ਼ਰੂਰ ਇਸ ਮਾਮਲੇ ਦੇ ਉੱਤੇ ਕੁਝ ਸੰਜੀਦਗੀ ਨਾਲ ਕਦਮ ਪੁੱਟੇਗੀ ਤੇ ਇਸ ਰਿਪੋਰਟ ਦੇ ਵਿੱਚ ਜਿਹੜੀਆਂ ਰეკਮੈਂਡੇਸ਼ਨਸ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਲਾਗੂ ਕਰਨ ਵਿੱਚ ਮਦਦਗਾਰ ਸਾਬਤ ਹੋਏਗੀ। ਲੇਕਿਨ ਅੱਜ ਸਾਡੇ ਨਾਲ ਜੋ ਖਾਸ ਮਹਿਮਾਨ ਹੈਗੇ ਨੇ ਉਹ ਹੈਗੇ ਨੇ ਇਸ ਪੂਰੀ ਕਮਿਸ਼ਨ ਆਫ ਇਨਕੁਆਇਰੀ ਰਿਪੋਰਟ ਦੇ ਉਹ ਮੁੱਖ ਕਿਰਦਾਰ, ਜਿਸਨੇ ਕਿ ਕੈਨੇਡੀਅਨ ਫੈਡਰਲ ਸਿਸਟਮ ਦੇ ਵਿੱਚ ਕਮੀਆਂ ਖਾਮੀਆਂ ਜੋ ਕਿ ਇਸ ਤਰਾਸਦੀ ਦਾ ਬੜਾ ਵੱਡਾ ਸਬਬ ਬਣੀਆਂ, ਉਹਨਾਂ ਨੂੰ ਪੁਆਇੰਟ ਆਊਟ ਕਰਾਇਆ ਹੈਗਾ। ਕਮਿਸ਼ਨ ਆਫ ਇਨਕੁਆਇਰੀ ਦੇ ਹੈਡ ਜਸਟਿਸ ਜੌਨ ਮੇਜਰ ਸਾਹਿਬ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ। ਅ ਵਾਰਮ ਵੈਲਕਮ ਟੂ ਯੂ ਜਸਟਿਸ ਜੌਨ ਮੇਜਰ ਔਨ ਆਰ ਸ਼ੋ। ਥੈਂਕ ਯੂ। ਦਰਸ਼ਕਾਂ ਨੂੰ ਦੱਸਦੀ ਵੀ ਇੱਕ ਮੈਂਬਰੀ ਕਮਿਸ਼ਨ ਆਫ ਇਨਕੁਆਇਰੀ ਸੀ, ਜਿਸਨੇ ਲਗਭਗ 3000 ਪੇਜਾਂ ਦੀ ਰਿਪੋਰਟ ਜੂਨ 2010 ਵਿੱਚ ਦਿੱਤੀ ਸੀ ਤੇ ਇਸੇ ਸਾਲ ਦੇ ਵਿੱਚ ਕੈਨੇਡੀਅਨ ਪ੍ਰਾਈਮ ਮਿਨਿਸਟਰ ਸਟੀਫਨ ਹਾਰਪਰ ਨੇ ਫਾਰਮਲੀ ਅਪੋਲੋਜਾਈਜ਼ ਵੀ ਕੀਤਾ ਇਸ ਹਾਦਸੇ ਲਈ। ਜਸਟਿਸ ਮੇਜਰ, you have gone into a whole gamut, a whole range of issues and aspects related to this whole tragedy of 1985. The fact that your inquiry report is the most incisive and indicting regarding the working and the functioning of the federal agencies, which include CSIS and the RCMP, the way it has indicted the whole system as such, it must have been very embarrassing for the governments, who have not been able to give the justice that was expected out of this mature polity called Canada? I think there was always a sense of embarrassment in Canada that this incident had not been resolved. And as you may have said, it took the fourth Prime Minister, Stephen Harper, to finally call an inquiry. Right. You have to remember the times. Terrorism was relatively a new form of activity. Right. And ironically, this particular incident had its birth in India, right, in the Punjab, in British Columbia, province of Alberta. There's a large Indian population, and the center of operation for this bombing substantially took place in Surrey, BC. And it came at a time when the RCMP, who had previously been in charge of national security, had been divided, and a special new group called CSIS was established as a spy collection agency. Now, when you have two groups, the inevitable happens. You have to decide communication, who's responsible for what, and do the police tell the spies what they're doing and vice versa. And the problem, not the only problem, but one problem, was the lack of communication between the
intelligence gatherers, CSIS, and the RCMP, the enforcers.